ਜੇ ਤੁਸੀਂ ਡੇਲੀ 8 ਘੰਟੇ 10 ਘੰਟੇ 12 ਘੰਟੇ ਕੰਮ ਕਰ ਰਹੇ ਹੋ, ਕੇਵਲ 8 10 20 ਹਜ਼ਾਰ ਰੁਪਏ ਉੱਤੇ ਕੰਮ ਕਰ ਰਹੇ ਹੋ, ਜਾਂ ਤੁਸੀਂ ਇਦਾਂ ਦਾ ਕੰਮ ਲੱਭਣ ਬਾਰੇ ਸੋਚ ਰਹੇ ਹੋ, ਜਾਂ ਤੁਸੀਂ ਸੋਚ ਰਹੇ ਹੋ ਕਿ ਆਪ ਜਾਂ ਆਪਣੇ ਬੱਚਿਆਂ ਨੂੰ ਅਸੀਂ ਬਾਹਰਲੇ ਮੁਲਕ ਭੇਜ ਦਈਏ ਜਿੱਥੇ ਜਾ ਕੇ 16 ਘੰਟੇ ਦੀਆਂ ਲੰਮੀਆਂ ਸ਼ਿਫਟਾਂ ਲਾਉਣ, ਆਪਣੀ ਫੈਮਿਲੀ ਤੋਂ ਦੂਰ ਰਹਿਣ। ਜਦੋਂ ਕਿ ਜੇ ਉੱਥੇ ਇੰਡੀਆ 'ਚ ਇਹਨਾਂ ਨੂੰ ਮੌਕਾ ਮਿਲਦਾ, ਇੱਥੇ ਪੰਜਾਬ 'ਚ ਇੰਡੀਆ 'ਚ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਡਾਕਟਰ ਬਣ ਸਕਦੇ ਸੀਗੇ, ਵਕੀਲ ਬਣ ਸਕਦੇ ਸੀਗੇ, ਇੰਜੀਨੀਅਰ ਬਣ ਸਕਦੇ ਸੀਗੇ, ਪ੍ਰੋਫੈਸਰ ਬਣ ਸਕਦੇ ਸੀਗੇ, ਪਰ ਸਿਸਟਮ ਨੇ ਇਹਨਾਂ ਨੂੰ ਮੌਕਾ ਨਹੀਂ ਦਿੱਤਾ। ਔਰ ਤੁਸੀਂ ਸੋਚ ਰਹੇ ਹੋ ਕਿ ਹੁਣ ਅਸੀਂ ਇਹਨਾਂ ਨੂੰ ਬਾਹਰਲੇ ਦੇਸ਼ ਇੱਦਾਂ ਦਾ ਕੰਮ ਕਰਨ ਲਈ ਭੇਜ ਦਈਏ। ਤਾਂ ਮੈਂ ਕਹਾਂਗਾ ਦੋਸਤੋ, ਤੁਸੀਂ ਅਜੇ 100 ਸਾਲ ਪਿੱਛੇ ਤੁਰੇ ਫਿਰਦੇ ਹੋ। ਅੱਜ ਦੇ ਟਾਈਮ ਸਾਨੂੰ ਕੋਈ 8 10 12 ਘੰਟੇ ਕੰਮ ਕਰਨ ਦੀ ਲੋੜ ਨਹੀਂ ਹੈ। ਅਸੀਂ ਰੋਬੋਟਾਂ ਦੇ ਯੁੱਗ 'ਚ ਪਹੁੰਚ ਚੁੱਕੇ ਹਾਂ। ਟੈਕਨੋਲੋਜੀ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਹੈ। ਅੱਜ ਦੇ ਟਾਈਮ ਸਿਰਫ ਸਾਨੂੰ 6 ਘੰਟੇ ਕੰਮ ਕਰਨ ਦੀ ਲੋੜ ਹੈ। ਔਰ ਜਿਹੜੀ ਤਨਖਾਹ ਸਾਡੀ ਹੈ ਉਹ ਕੋਈ 10-20 ਹਜ਼ਾਰ ਰੁਪਇਆ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਤਨਖਾਹ ਜਿਹੜੀ ਹੈ 30 ਹਜ਼ਾਰ ਰੁਪਇਆ ਹੋਣੀ ਚਾਹੀਦੀ ਹੈ ਨਵੇਂ ਕੰਮ ਲੱਗਣ ਵਾਲੇ ਬੰਦੇ ਲਈ। ਔਰ ਜਿਹਦੇ ਕੋਲ ਡਿਗਰੀਆਂ ਨੇ, ਡਿਪਲੋਮੇ ਲਈ, ਉਹਦੇ ਲਈ ਘੱਟੋ ਘੱਟ 60,000 ਰੁਪਇਆ ਪ੍ਰਤੀ ਮਹੀਨਾ ਜਿਹੜੀ ਤਨਖਾਹ ਹੋਣੀ ਚਾਹੀਦੀ ਹੈ। ਦੋਸਤੋ, ਆਪਾਂ ਗੱਲ ਕਰ ਰਹੇ ਹਾਂ ਬਨੇਗਾ ਕਾਨੂੰਨ ਬਾਰੇ। ਪਿਛਲੀ ਵੀਡੀਓ 'ਚ ਤੁਹਾਡੇ ਨਾਲ ਆਪਾਂ ਗੱਲਬਾਤ ਕੀਤੀ ਸੀ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਸਾਡੇ ਦੇਸ਼ 'ਚ ਪਾਸ ਹੋਣਾ ਚਾਹੀਦਾ ਗਾ। ਇਹਦੇ ਮੁਤਾਬਕ ਹਰ ਇੱਕ ਨੂੰ ਜਿਹੜਾ ਕੰਮ ਦੀ ਗਰੰਟੀ ਹੋਣੀ ਚਾਹੀਦੀ ਹੈ, ਜਿਹੜੀ ਕੰਮ ਦੀ ਦਿਹਾੜੀ ਆ ਉਹ 6 ਘੰਟੇ ਹੋਣੀ ਚਾਹੀਦੀ ਆ। ਪਿਛਲੀ ਵੀਡੀਓ ਜ਼ਰੂਰ ਦੇਖ ਲਿਓ। ਆਪਾਂ ਤੁਹਾਡੇ ਨਾਲ ਜਿਹੜੇ ਪਿਛਲੀ ਵੀਡੀਓ 'ਚ ਜ਼ਿਕਰ ਕੀਤਾ ਸੀ ਕਿ 4-5 ਨੁਕਤੇ ਨੇ ਜਿਨ੍ਹਾਂ ਨੂੰ ਅਸੀਂ ਸਮਝ ਲਈਏ ਤਾਂ ਅਸੀਂ ਇਹ ਸਾਰੇ ਰੁਜ਼ਗਾਰ ਦੇ ਮਸਲੇ ਨੂੰ ਸਮਝ ਸਕਦੇ ਹਾਂ। ਕਿਵੇਂ ਹਰ ਇੱਕ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਕਿਵੇਂ ਜਿਹੜੀ 6 ਘੰਟੇ ਕੰਮ ਦਿਹਾੜੀ ਕੀਤੀ ਜਾ ਸਕਦੀ ਹੈ, ਕਿਵੇਂ ਜਿਹੜੀ ਆ ਹਰ ਇੱਕ ਨੂੰ ਚੰਗੀ ਤਨਖਾਹ ਦਿੱਤੀ ਜਾ ਸਕਦੀ ਹੈ। ਉਹਨਾਂ 4-5 ਨੁਕਤਿਆਂ 'ਚੋਂ ਪਹਿਲੇ ਨੁਕਤੇ 'ਤੇ ਅੱਜ ਗੱਲਬਾਤ ਕਰਾਂਗੇ ਆਪਾਂ। ਪੇਜ ਨੂੰ ਫੋਲੋ ਕਰ ਲਿਓ, ਵੀਡੀਓ ਨੂੰ ਸ਼ੇਅਰ ਕਰ ਦਿਓ। ਇਹ ਨੁਕਤਾ ਇਹ ਹੈ ਕਿ ਜਿਹੜੀ ਟੈਕਨੋਲੋਜੀ ਹੈ, ਤਕਨੀਕ ਹੈ, ਉਹਦਾ ਵਿਕਾਸ ਕਿਵੇਂ ਹੋਇਆ। ਜਿਹੜੀਆਂ ਅੱਜ ਸਾਡੇ ਕੋਲ ਮਸ਼ੀਨਾਂ ਨੇ, ਟੈਕਨੋਲੋਜੀ ਹੈ, ਉਹ ਹਮੇਸ਼ਾ ਨਹੀਂ ਸੀ। ਅੱਜ ਸਾਡੇ ਕੋਲ ਰੋਬੋਟ ਨੇ, ਕੰਬਾਈਨਾਂ ਨੇ, ਟਰੈਕਟਰ ਨੇ, ਪਰ ਕਿਸੇ ਟਾਈਮ ਮਨੁੱਖ ਜਿਹੜਾ ਜੰਗਲਾਂ 'ਚ ਰਹਿੰਦਾ ਸੀਗਾ, ਗੁਫਾਵਾਂ 'ਚ ਰਹਿੰਦਾ ਸੀਗਾ। ਕਿਵੇਂ ਕਿਵੇਂ ਜਿਹੜੀ ਤਰੱਕੀ ਹੁੰਦੀ ਰਹੀ ਔਰ ਇਹਦਾ ਰੁਜ਼ਗਾਰ ਦੇ ਮਸਲੇ ਨਾਲ ਕੀ ਸੰਬੰਧ ਹੈ, ਆਓ ਇਸ ਨੁਕਤੇ 'ਚ ਆਪਾਂ ਗੱਲਬਾਤ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਨੁਕਤਾ ਪਹਿਲਾ, ਔਜ਼ਾਰ, ਮਸ਼ੀਨ ਅਤੇ ਤਕਨਾਲੋਜੀ ਦਾ ਵਿਕਾਸ। ਤਕਰੀਬਨ 25 ਲੱਖ ਸਾਲ BC ਪਹਿਲਾਂ ਤੋਂ ਅੱਜ ਤੱਕ ਇਸ ਦੌਰ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ। ਪ੍ਰਾਚੀਨ ਪੱਥਰ ਯੁੱਗ। ਪਹਿਲਾ ਯੁੱਗ 25 ਲੱਖ ਸਾਲ BC ਪਹਿਲਾਂ ਤੋਂ ਸ਼ੁਰੂ ਹੋ ਕੇ 12,000 ਸਾਲ BC ਤੱਕ ਰਿਹਾ। ਇਸ ਦੌਰ ਵਿੱਚ ਮਨੁੱਖ ਨੇ ਪੱਥਰਾਂ, ਹੱਡੀਆਂ ਅਤੇ ਲੱਕੜ ਨੂੰ ਔਜ਼ਾਰ ਦੇ ਰੂਪ ਵਿੱਚ ਵਰਤਣਾ ਸ਼ੁਰੂ ਕੀਤਾ। ਪਹਿਲਾਂ ਮਨੁੱਖ ਕੁਦਰਤ ਵਿੱਚ ਪਏ ਹੋਏ ਔਜ਼ਾਰਾਂ ਨੂੰ ਵਰਤਣ ਲੱਗਾ, ਪਰ ਹੌਲੀ-ਹੌਲੀ ਉਸਨੇ ਔਜ਼ਾਰ ਬਣਾਉਣੇ ਸ਼ੁਰੂ ਕਰ ਦਿੱਤੇ। ਸ਼ੁਰੂ ਵਿੱਚ ਔਜ਼ਾਰ ਜਿਹੜੇ ਬੇਢੰਗੇ ਪੱਥਰ, ਅਣਘੜੇ ਪੱਥਰ ਹੁੰਦੇ ਸਨ, ਪਰ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ, ਤਜਰਬੇ ਦੇ ਨਾਲ-ਨਾਲ ਉਹ ਇਹਨਾਂ ਨੂੰ ਵਧੇਰੇ ਨਕੀਲਾ ਅਤੇ ਵਧੇਰੇ ਤੇਜ਼ਧਾਰ ਬਣਾਉਂਦਾ ਗਿਆ। ਇਸ ਦੌਰ ਵਿੱਚ ਬਰਫ਼ ਦਾ ਯੁੱਗ ਸ਼ੁਰੂ ਹੋ ਚੁੱਕਾ ਸੀ। ਮਨੁੱਖ ਜੰਗਲਾਂ 'ਚੋਂ ਨਿਕਲ ਕੇ ਗੁਫਾਵਾਂ 'ਚ ਰਹਿਣ ਲੱਗਾ, ਕਿਉਂਕਿ ਗੁਫਾਵਾਂ 'ਚ ਰਹਿਣ ਨਾਲ ਉਸਨੂੰ ਠੰਡ ਤੋਂ ਕੁਝ ਰਾਹਤ ਮਿਲਦੀ ਸੀ। ਤਕਰੀਬਨ 8 ਲੱਖ ਸਾਲ ਪਹਿਲਾਂ ਮਨੁੱਖ ਨੇ ਅੱਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਮਨੁੱਖ ਕੁਦਰਤ ਵਿੱਚ ਲੱਗੀ ਹੋਈ ਅੱਗ ਨੂੰ ਲਿਆ ਕੇ ਵਰਤਣ ਲੱਗਾ ਅਤੇ ਉਹਨੂੰ ਸਾਂਭਣ ਲੱਗਾ। ਇਹ ਮਨੁੱਖੀ ਸੱਭਿਅਤਾ ਵਿੱਚ ਸਭ ਤੋਂ ਵੱਡੀ ਕ੍ਰਾਂਤੀਕਾਰੀ ਘਟਨਾ ਸੀ, ਕਿਉਂਕਿ ਅੱਗ ਦੀ ਵਰਤੋਂ ਨਾਲ ਮਨੁੱਖ ਨੂੰ ਕੱਚਾ ਮਾਸ ਜਿਹੜਾ ਭੁੰਨ ਕੇ ਖਾਣਾ ਉਸਨੇ ਸ਼ੁਰੂ ਕਰ ਦਿੱਤਾ। ਭੁੰਨਿਆ ਹੋਇਆ ਮਾਸ ਛੇਤੀ ਹਜਮ ਹੁੰਦਾ ਅਤੇ ਉਸਨੂੰ ਵਧੇਰੇ ਨਿਊਟ੍ਰੀਸ਼ਨ ਅਤੇ ਪ੍ਰੋਟੀਨ ਮਿਲਦਾ, ਜਿਸ ਨਾਲ ਉਹਦੇ ਦਿਮਾਗ ਦਾ ਵਿਕਾਸ ਤੇਜ਼ੀ ਨਾਲ ਹੋਣ ਲੱਗਾ। ਲਗਭਗ 50,000 ਸਾਲ ਪਹਿਲਾਂ ਅੱਗ ਦੀ ਵਰਤੋਂ ਆਮ ਹੋਣ ਲੱਗੀ। ਇਸੇ ਹੀ ਦੌਰ ਵਿੱਚ ਮਨੁੱਖ ਨੇ ਪੱਥਰਾਂ ਨੂੰ ਰਗੜ ਕੇ ਅਤੇ ਲੱਕੜੀ ਨੂੰ ਘਸਾ ਕੇ ਅੱਗ ਨੂੰ ਬਾਲਣਾ ਸਿੱਖਿਆ। ਅੱਗ ਬਾਲਣਾ ਸਿੱਖਣਾ ਮਨੁੱਖੀ ਸੱਭਿਅਤਾ ਵਿੱਚ ਸਭ ਤੋਂ ਵੱਡੀ ਕ੍ਰਾਂਤੀਕਾਰੀ ਘਟਨਾ ਸੀ। ਇਸ ਦੌਰ ਵਿੱਚ ਮਨੁੱਖ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦਾ ਅਤੇ ਉਹਨਾਂ ਦਾ ਮਾਸ ਆਪਣੇ ਭੋਜਨ ਦੇ ਰੂਪ ਵਿੱਚ ਵਰਤਦਾ। ਮੱਧ ਪੱਥਰ ਯੁੱਗ ਲਗਭਗ 12,000 ਸਾਲ BC ਤੋਂ 6,000 ਸਾਲ BC ਤੱਕ ਰਿਹਾ। ਇਸ ਦੌਰ ਵਿੱਚ ਬਰਫ਼ ਦਾ ਯੁੱਗ ਖਤਮ ਹੋ ਚੁੱਕਾ ਸੀ। ਬਰਫ਼ ਦਾ ਯੁੱਗ ਖਤਮ ਹੋਣ ਕਰਕੇ ਚਾਰੇ ਪਾਸੇ ਹਰਿਆਲੀ ਹੋਣ ਕਰਕੇ ਛੋਟੇ ਜਾਨਵਰ ਪੈਦਾ ਹੋਣ ਲੱਗ ਗਏ ਸਨ, ਜਿਨ੍ਹਾਂ ਵਿੱਚ ਰਿੱਛ, ਬਾਰਾਂਸਿੰਗੇ, ਲੱਕੜਬੱਗੇ, ਭੈਂਸੇ, ਬਲਦ, ਸੂਰ, ਕੁੱਤੇ, ਇਹ ਜਾਨਵਰ ਪੈਦਾ ਹੋਣ ਲੱਗ ਗਏ ਸੀ। ਨਵੇਂ ਜਾਨਵਰਾਂ ਦੇ ਆਉਣ ਨਾਲ ਮਨੁੱਖ ਨੂੰ ਨਵੇਂ ਜਾਨਵਰਾਂ ਦੇ ਸ਼ਿਕਾਰ ਕਰਨ ਲਈ ਨਵੇਂ ਤੇਜ਼ਧਾਰ ਹਥਿਆਰਾਂ ਦੀ ਲੋੜ ਸੀ। ਇਸ ਯੁੱਗ ਵਿੱਚ ਮਨੁੱਖ ਦੇ ਹਥਿਆਰ ਅਤੇ ਔਜ਼ਾਰ ਪਹਿਲਾਂ ਨਾਲੋਂ ਵਧੇਰੇ ਤਿੱਖੇ ਅਤੇ ਨਕੀਲੇ ਹੋਣ ਲੱਗੇ। ਮਨੁੱਖ ਉਹਨਾਂ ਨੂੰ ਵਧੀਆ ਤਰੀਕੇ ਨਾਲ ਤਰਾਸ਼ਣ ਲੱਗਾ, ਪਰ ਲਗਭਗ ਔਜ਼ਾਰ ਪਹਿਲਾਂ ਵਰਗੇ ਹੀ ਸਨ। ਇਸ ਦੌਰ ਵਿੱਚ ਮਨੁੱਖ ਗੁਫਾਵਾਂ 'ਚੋਂ ਨਿਕਲ ਕੇ ਦਰਿਆਵਾਂ, ਨਦੀਆਂ ਦੇ ਕੰਢਿਆਂ 'ਤੇ ਆਰਜੀ ਘਰ ਬਣਾ ਕੇ ਰਹਿਣ ਲੱਗਾ। ਇਸ ਦੌਰ ਵਿੱਚ ਮਨੁੱਖ ਨੇ ਆਰਜੀ ਘਰ ਬਣਾਉਣੇ ਸਿੱਖ ਲਏ ਸਨ। ਉਸਦੇ ਭੋਜਨ ਵਿੱਚ ਮੱਛੀਆਂ,
ਸਿੱਪੀਆਂ, ਘੋਗੇ ਵੀ ਸ਼ਾਮਲ ਹੋ ਚੁੱਕੇ ਸਨ ਅਤੇ ਉਹ ਖੇਤੀਬਾੜੀ ਦਾ ਵੀ ਥੋੜ੍ਹਾ ਬਹੁਤਾ ਗਿਆਨ ਰੱਖਣ ਲੱਗ ਗਿਆ ਸੀ। ਨਵ ਪੱਥਰ ਯੁੱਗ ਲਗਭਗ 6000 ਸਾਲ BC ਪਹਿਲਾਂ ਸ਼ੁਰੂ ਹੋਇਆ। ਇਹ ਮਨੁੱਖੀ ਸਭਿਅਤਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ। ਇਸ ਯੁੱਗ ਵਿੱਚ ਮਨੁੱਖ ਆਪਣੇ ਔਜ਼ਾਰਾਂ ਅਤੇ ਹਥਿਆਰਾਂ ਨੂੰ ਪਾਲਿਸ਼ ਵੀ ਕਰਨ ਲੱਗਾ, ਜਿਸ ਨਾਲ ਔਜ਼ਾਰਾਂ ਅਤੇ ਹਥਿਆਰਾਂ ਦੀ ਧਾਰ ਵਧੇਰੇ ਤੇਜ਼ ਹੋਣ ਲੱਗੀ ਅਤੇ ਉਹਨਾਂ ਦਾ ਖੁਰਦਰਾਪਨ ਜਾਂਦਾ ਰਿਹਾ। ਇਸ ਦੌਰ ਵਿੱਚ ਮਨੁੱਖ ਨੇ ਨਵੇਂ-ਨਵੇਂ ਔਜ਼ਾਰ ਅਤੇ ਹਥਿਆਰ ਬਣਾਉਣੇ ਵੀ ਸਿੱਖੇ। ਇਸ ਦੌਰ ਵਿੱਚ ਮਨੁੱਖ ਨੇ ਮਿੱਟੀ ਦੇ ਖਿਡੌਣੇ ਅਤੇ ਮਿੱਟੀ ਦੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ। ਮਨੁੱਖ ਹਾਰ ਸ਼ਿੰਗਾਰ ਅਤੇ ਗਹਿਣੇ ਆਦਿ ਦੀ ਸਮੱਗਰੀ ਵੀ ਬਣਾਉਣ ਲੱਗਿਆ। ਇਸ ਦੌਰ ਵਿੱਚ ਮਨੁੱਖ ਨੇ ਪੱਕੇ ਮਕਾਨ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਮਨੁੱਖ ਜਾਨਵਰਾਂ ਨੂੰ ਪਾਲਤੂ ਬਣਾਉਣ ਲੱਗਿਆ। ਪੱਕੇ ਮਕਾਨਾਂ ਦੇ ਨਾਲ ਨਾਲ ਮਨੁੱਖ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵਰਖਾ ਦੇ ਪਾਣੀ ਨੂੰ ਵੱਡੇ ਵੱਡੇ ਤਲਾਬ ਬਣਾ ਕੇ ਸਾਂਭਣ ਲੱਗਾ। ਇਸ ਯੁੱਗ ਵਿੱਚ ਮਨੁੱਖ ਨੇ ਖੂਹ ਵੀ ਬਣਾਉਣੇ ਸ਼ੁਰੂ ਕਰ ਦਿੱਤੇ, ਜੋ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਅਤੇ ਖੇਤੀਬਾੜੀ ਵਿੱਚ ਉਹਨੂੰ ਸਹਾਇਤਾ ਦਿੰਦੇ। ਇਸ ਦੌਰ ਵਿੱਚ ਮਨੁੱਖ ਕਈ ਫਸਲਾਂ ਬੀਜਣ ਲੱਗਾ, ਜਿਸ ਨਾਲ ਉਸ ਕੋਲ ਭੋਜਨ ਦਾ ਭੰਡਾਰ ਜਮ੍ਹਾਂ ਹੋਣ ਲੱਗਾ। ਕਾਂਸਾ ਯੁੱਗ ਮਨੁੱਖੀ ਸਭਿਅਤਾ ਵਿੱਚ ਇੱਕ ਕ੍ਰਾਂਤੀਕਾਰੀ ਘਟਨਾ ਸੀ। ਮਨੁੱਖ ਤਾਂਬੇ ਦੀ ਵਰਤੋਂ ਪਹਿਲਾਂ ਹੀ ਕਰਦਾ ਆ ਰਿਹਾ ਸੀ, ਪਰ ਤਾਂਬਾ ਇੱਕ ਨਰਮ ਅਤੇ ਕੱਚੀ ਧਾਤ ਸੀ। ਤਾਂਬੇ ਦੇ ਮੁਕਾਬਲੇ ਤਾਂਬੇ ਅਤੇ ਟਿਨ ਨੂੰ ਮਿਲਾ ਕੇ ਬਣਾਇਆ ਗਿਆ ਕਾਂਸਾ ਵਧੇਰੇ ਮਜ਼ਬੂਤ ਅਤੇ ਟਿਕਾਊ ਧਾਤ ਸੀ। ਇਸ ਦੌਰ ਦਾ ਮਨੁੱਖ ਕਾਂਸੇ ਦੇ ਔਜ਼ਾਰ, ਹਥਿਆਰ ਅਤੇ ਵੱਖ-ਵੱਖ ਤਰ੍ਹਾਂ ਦੇ ਸਾਜੋ ਸਮਾਨ ਤੇ ਬਰਤਨ ਬਣਾਉਣ ਲੱਗਾ। ਇਸ ਯੁੱਗ ਦੀ ਸਭ ਤੋਂ ਇਤਿਹਾਸਕ ਤੇ ਕ੍ਰਾਂਤੀਕਾਰੀ ਘਟਨਾ ਪਹੀਏ ਦੀ ਖੋਜ ਸੀ। ਇਸ ਯੁੱਗ ਵਿੱਚ ਮਨੁੱਖ ਨੇ ਪਹੀਆ ਬਣਾਉਣਾ ਸਿੱਖ ਲਿਆ ਸੀ। ਇਸ ਯੁੱਗ ਵਿੱਚ ਮਨੁੱਖ ਨੇ ਪਹੀਏ ਤੋਂ ਬਾਅਦ ਬਲਦ ਗੱਡੀਆਂ ਬਣਾਉਣੀਆਂ ਸਿੱਖ ਲਈਆਂ ਸਨ, ਜਿਸ ਨਾਲ ਢੋਆ ਢੁਆਈ ਦਾ ਕੰਮ ਵਧੇਰੇ ਆਸਾਨ ਹੋਣ ਲੱਗਾ ਅਤੇ ਮਨੁੱਖ ਇਹਨਾਂ ਨੂੰ ਵਪਾਰ ਦੇ ਤੌਰ 'ਤੇ ਵੀ ਵਰਤਣ ਲੱਗਾ। ਇਸ ਦੌਰ ਵਿੱਚ ਮਨੁੱਖ ਬਲਦ ਅਤੇ ਹਲ ਨਾਲ ਖੇਤੀ ਕਰਨ ਲੱਗਾ। ਇਸ ਯੁੱਗ ਵਿੱਚ ਮਨੁੱਖ ਨੇ ਨਵੀਆਂ-ਨਵੀਆਂ ਤਕਨੀਕਾਂ ਆਯਾਦ ਕਰ ਲਈਆਂ ਸਨ ਅਤੇ ਉਹ ਜਹਾਜ਼ਰਾਨੀ ਕਰਨਾ ਸਿੱਖ ਗਿਆ ਸੀ। ਇਸ ਦੌਰ ਵਿੱਚ ਮਨੁੱਖ ਨੇ ਵੱਡੇ-ਵੱਡੇ ਪਿਰਾਮਿਡ ਉਸਾਰ ਲਏ ਸਨ। ਮਿਸਰ ਦੀ ਸਭਿਅਤਾ ਆਪਣੇ ਸਮੇਂ ਦੁਨੀਆ ਦੀ ਸਭ ਤੋਂ ਵਿਕਸਿਤ ਸਭਿਅਤਾ ਸੀ। ਇਸ ਦੌਰ ਵਿੱਚ ਮਨੁੱਖ ਨੇ ਲਿਪੀ ਆਯਾਦ ਕਰ ਲਈ ਸੀ ਅਤੇ ਉਹ ਲਿਖਣਾ ਸਿੱਖ ਗਿਆ ਸੀ। ਲੋਹਾ ਯੁੱਗ ਇਸ ਯੁੱਗ ਵਿੱਚ ਮਨੁੱਖ ਨੇ ਲੋਹੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਲੋਹਾ ਚਾਹੇ ਨਰਮ ਅਤੇ ਕੱਚੀ ਧਾਤ ਸੀ, ਪਰ ਬਾਅਦ ਦੇ ਸਮੇਂ ਵਿੱਚ ਮਨੁੱਖ ਨੇ ਇਸ ਵਿੱਚ ਹੋਰ ਧਾਤਾਂ ਨੂੰ ਮਿਲਾ ਕੇ ਸਟੀਲ ਬਣਾਉਣਾ ਸਿੱਖ ਲਿਆ ਸੀ, ਜੋ ਬਹੁਤ ਹੀ ਟਿਕਾਊ ਅਤੇ ਮਜ਼ਬੂਤ ਧਾਤ ਸੀ। ਇਸ ਦੌਰ ਵਿੱਚ ਮਨੁੱਖ ਜੰਗਾਂ ਅਤੇ ਲੜਾਈਆਂ ਵਿੱਚ ਰੁੱਝ ਗਿਆ। ਇਸ ਦੌਰ ਵਿੱਚ ਮਨੁੱਖ ਨੇ ਦੂਜੇ ਮਨੁੱਖਾਂ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ। ਚਾਹੇ ਗੁਲਾਮੀ ਪਿਛਲੇ ਯੁੱਗ ਵਿੱਚ ਹੀ ਸ਼ੁਰੂ ਹੋ ਗਈ ਸੀ, ਪਰ ਇਸ ਵਿੱਚ ਇਸ ਨੇ ਭਿਆਨਕ ਰੂਪ ਲੈ ਲਿਆ ਸੀ। ਇਸ ਯੁੱਗ ਵਿੱਚ ਹੀ ਮਹਾਭਾਰਤ ਸ਼ੁਰੂ ਹੋਈ ਅਤੇ ਹੋਰ ਵੱਡੀਆਂ-ਵੱਡੀਆਂ ਲੜਾਈਆਂ ਦੁਨੀਆ ਵਿੱਚ ਹੋਈਆਂ। ਖੇਤੀਬਾੜੀ ਅਤੇ ਹੋਰ ਔਜ਼ਾਰ ਲਗਭਗ ਪਹਿਲਾਂ ਵਰਗੇ ਹੀ ਸਨ। ਇਸ ਦੌਰ ਵਿੱਚ ਮਨੁੱਖ ਨੇ ਮਿਲਟਰੀ ਅਤੇ ਲੜਾਈਆਂ ਦੇ ਤੌਰ 'ਤੇ ਕਾਫੀ ਤਰੱਕੀ ਕਰ ਲਈ। ਪ੍ਰਾਚੀਨ ਯੁੱਗ ਮਨੁੱਖੀ ਸਭਿਅਤਾ ਦੇ ਇਤਿਹਾਸ ਵਿੱਚ ਇੱਕ ਵੱਡਾ ਮੋੜਾ ਸੀ। ਇਸ ਵਿੱਚ ਮਨੁੱਖ ਨੇ ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਸਥਾਪਿਤ ਕਰ ਲਈਆਂ ਸਨ। ਇਸ ਯੁੱਗ ਵਿੱਚ ਹੀ ਮਹਾਤਮਾ ਬੁੱਧ ਦਾ ਜਨਮ ਹੋਇਆ ਅਤੇ ਦੁਨੀਆ ਨੂੰ ਜਿੱਤਣ ਵਾਲਾ ਮਹਾਨ ਯੋਧਾ ਸਿਕੰਦਰ ਪੰਜਾਬ ਦੇ ਕਬੀਲਿਆਂ ਹੱਥੋਂ ਹਾਰ ਕੇ ਬਿਆਸਾ ਦਰਿਆ ਤੋਂ ਵਾਪਸ ਮੁੜ ਗਿਆ। ਇਸ ਯੁੱਗ ਵਿੱਚ ਹੀ ਦੁਨੀਆ ਦਾ ਮਹਾਨ ਯੋਧਾ ਸਪਾਰਟਕਸ ਹੋਇਆ, ਜਿਸ ਨੇ ਗੁਲਾਮਾਂ ਦੀ ਬਗਾਵਤ ਨੂੰ ਦਿਸ਼ਾ ਦਿੱਤੀ ਅਤੇ ਰੋਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਸ ਦੌਰ ਨੂੰ ਗੁਲਾਮਦਾਰੀ ਯੁੱਗ ਵੀ ਕਿਹਾ ਜਾਂਦਾ ਹੈ, ਕਿਉਂਕਿ ਵੱਡੇ ਪੱਧਰ ਉੱਤੇ ਗੁਲਾਮਾਂ ਨੂੰ ਵੇਚਿਆ ਖਰੀਦਿਆ ਜਾਂਦਾ ਸੀ। ਉਹਨਾਂ ਨੂੰ ਸਿਰਫ ਇੱਕ ਜਾਨਵਰ ਦੇ ਤੌਰ 'ਤੇ ਹੀ ਦੇਖਿਆ ਜਾਂਦਾ ਸੀ। ਇਸ ਦੌਰ ਵਿੱਚ ਲੜਾਈਆਂ ਦਾ ਨਵਾਂ ਸਾਜੋ ਸਮਾਨ ਅਤੇ ਨਵੀਆਂ ਤਕਨੀਕਾਂ ਆਜ਼ਾਦ ਹੋਈਆਂ। ਮਨੁੱਖ ਨੇ ਇਮਾਰਤ ਸਾਜੀ ਅਤੇ ਭਵਨ ਨਿਰਮਾਣ ਵਿੱਚ ਬਹੁਤ ਵੱਡੀ ਮਹਾਰਤ ਹਾਸਲ ਕੀਤੀ। ਅਨਾਜ ਨੂੰ ਪੀਣ ਲਈ ਨਵੀਆਂ-ਨਵੀਆਂ ਤਕਨੀਕਾਂ ਆਜ਼ਾਦ ਹੋਈਆਂ, ਕਿਉਂਕਿ ਵੱਡੀਆਂ ਲੜਾਈਆਂ ਯੁੱਧਾਂ ਲਈ ਸੈਨਾ ਨੂੰ ਭੋਜਨ ਦੇਣ ਲਈ ਇਸ ਤਰ੍ਹਾਂ ਦੀਆਂ ਕਾਢਾਂ ਜ਼ਰੂਰੀ ਸਨ। ਮਨੁੱਖ ਨੇ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਭਵਨ ਬਣਾਏ। ਉਸ ਦੇ ਹਥਿਆਰ ਪਹਿਲਾਂ ਨਾਲੋਂ ਵਧੇਰੇ ਤਿੱਖੇ, ਟਿਕਾਊ ਅਤੇ ਤੇਜ਼ ਹੁੰਦੇ ਗਏ। ਇਸ ਦੌਰ ਵਿੱਚ ਹੀ ਕਾਨੂੰਨੀ ਰੂਪ ਵਿੱਚ ਸੋਨੇ ਦੀ ਕਰੰਸੀ ਹੋਂਦ ਵਿੱਚ ਆਈ।
ਖੇਤੀਬਾੜੀ ਵਿੱਚ ਮਨੁੱਖ ਨੇ ਨਵਾਂ ਗਿਆਨ, ਤਜਰਬਾ ਅਤੇ ਮਹਾਰਤ ਹਾਸਲ ਕੀਤੀ। ਦੁਨੀਆ ਦੀ ਪਹਿਲੀ ਯੂਨੀਵਰਸਿਟੀ ਤਕਸ਼ਲਾ ਯੂਨੀਵਰਸਿਟੀ ਦੀ ਸਥਾਪਨਾ ਵੀ ਇਸੇ ਦੌਰ ਵਿੱਚ ਹੋਈ। ਇਸੇ ਯੁੱਗ ਵਿੱਚ ਹੀ ਏਸ਼ੀਆ ਅਤੇ ਪੱਛਮ ਨੂੰ ਆਪਸ ਵਿੱਚ ਵਪਾਰ ਮਾਰਗ ਰਾਹੀਂ ਜੋੜਿਆ ਗਿਆ। ਭਾਫ ਨਾਲ ਚੱਲਣ ਵਾਲਾ ਚੱਕਰ, ਇਸ ਖੋਜ ਦੀ ਇਜਾਦ ਵੀ ਇਸੇ ਦੌਰ ਵਿੱਚ ਹੋਈ। ਮੱਧਯੁੱਗ ਅੱਜ ਤੋਂ ਤਕਰੀਬਨ 1500 ਸਾਲ ਪਹਿਲਾਂ ਸ਼ੁਰੂ ਹੋਇਆ। ਇਹ ਮਨੁੱਖੀ ਸੱਭਿਅਤਾ ਵਿੱਚ ਇੱਕ ਨਵਾਂ ਮੋੜ ਸੀ। ਇਸ ਵਿੱਚ ਮਨੁੱਖ ਨੇ ਨਵੇਂ ਔਜ਼ਾਰ, ਨਵੀਂ ਤਕਨੀਕ ਅਤੇ ਖੇਤੀਬਾੜੀ ਵਿੱਚ ਨਵੀਂ ਮਹਾਰਤ ਹਾਸਲ ਕੀਤੀ। ਨਹਿਰਾਂ ਦੇ ਬਣਨ ਨਾਲ ਖੇਤੀਬਾੜੀ ਹੋਰ ਵਧੇਰੇ ਪ੍ਰਫੁੱਲਤ ਹੋਈ। ਇਸ ਯੁੱਗ ਵਿੱਚ ਹੀ ਚਰਖੇ ਦੀ ਖੋਜ ਹੋਈ ਅਤੇ ਮਨੁੱਖ ਨੇ ਕਲਾ, ਭਵਨ ਨਿਰਮਾਣ ਅਤੇ ਪੜ੍ਹਾਈ ਗਿਆਨ ਵਿੱਚ ਹੋਰ ਵਾਧਾ ਕੀਤਾ। ਮਨੁੱਖ ਨੇ ਪਾਣੀ ਦੀ ਤਾਕਤ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰ ਵਿੱਚ ਗੁਲਾਮਦਾਰੀ ਦਾ ਯੁੱਗ ਖਤਮ ਹੋ ਗਿਆ ਸੀ ਅਤੇ ਜ਼ਗੀਰਦਾਰੀ ਦਾ ਨਵਾਂ ਸਿਸਟਮ ਸ਼ੁਰੂ ਹੋ ਚੁੱਕਾ ਸੀ। ਇਸ ਯੁੱਗ ਵਿੱਚ ਮਨੁੱਖ ਨੇ ਛਾਪੇਖਾਨੇ ਦੀ ਖੋਜ ਕੀਤੀ। ਇਸ ਯੁੱਗ ਦੇ ਅੰਤ ਵਿੱਚ ਮਨੁੱਖ ਨੇ ਕੰਪਾਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਜਹਾਜ਼ਰਾਨੀ ਹੋਰ ਸੌਖੀ ਹੋ ਗਈ। ਇਸ ਯੁੱਗ ਦੇ ਅੰਤ ਵਿੱਚ ਸਭ ਤੋਂ ਵੱਡੀ ਖੋਜ ਬਰੂਦ ਦੀ ਖੋਜ ਸੀ, ਜੋ ਚਾਈਨੀਜ਼ ਭਿਕਸ਼ੂਆਂ ਵੱਲੋਂ ਕੀਤੀ ਗਈ ਸੀ। ਭਾਰਤ ਦੇ ਖਿਲਾਫ ਬਾਬਰ ਨੇ ਪਹਿਲੀ ਵਾਰ ਗੋਲੇ ਬਰੂਦ ਦੀ ਵਰਤੋਂ ਕੀਤੀ ਸੀ, ਜਿਸ ਦੇ ਤਾਕਤ ਸਾਹਮਣੇ ਮੁੜ ਕੇ ਕੋਈ ਨਹੀਂ ਟਿਕਿਆ ਸੀ। ਪਹਿਲਾ ਆਧੁਨਿਕ ਯੁੱਗ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਸ਼ੁਰੂ ਹੋਇਆ ਅਤੇ 300 ਸਾਲ ਤੱਕ ਰਿਹਾ। ਇਨ੍ਹਾਂ 300 ਸਾਲਾਂ ਵਿੱਚ ਮਨੁੱਖ ਨੇ ਇੰਨੀ ਤਰੱਕੀ ਕੀਤੀ ਜਿੰਨੀ ਪਿਛਲੇ ਲੱਖਾਂ ਸਾਲਾਂ ਵਿੱਚ ਨਹੀਂ ਕੀਤੀ ਸੀ। ਗੈਲੀਲੀਓ ਨੇ ਦੂਰਬੀਨ ਬਣਾ ਕੇ ਸਾਬਤ ਕਰ ਦਿੱਤਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ, ਜਿਸ ਕਾਰਨ ਈਸਾਈ ਧਰਮ ਨੇ ਉਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ। ਇਸ ਯੁੱਗ ਵਿੱਚ ਮਨੁੱਖ ਨੇ ਮਾਈਕਰੋਸਕੋਪ ਦੀ ਖੋਜ ਕਰ ਲਈ, ਰਫਲਾਂ ਦੀ ਖੋਜ ਕਰ ਲਈ ਅਤੇ ਪੇਪਰ ਕਰੰਸੀ ਦੀ ਖੋਜ ਵੀ ਉਸ ਵੱਲੋਂ ਕਰ ਲਈ ਗਈ। ਇਸ ਦੌਰ ਵਿੱਚ ਮਨੁੱਖ ਨੇ ਭਵਨ ਨਿਰਮਾਣ, ਇੰਜੀਨੀਅਰਿੰਗ, ਖੇਤੀਬਾੜੀ, ਤਾਰਾ ਵਿਗਿਆਨ, ਫਿਲਾਸਫੀ, ਜੀਵ ਵਿਗਿਆਨ, ਜਹਾਜ਼ਰਾਨੀ, ਵਪਾਰ, ਮਿਲਟਰੀ, ਹਰ ਤਰ੍ਹਾਂ ਦੇ ਗਿਆਨ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟੀਆਂ। ਇਸ ਯੁੱਗ ਵਿੱਚ ਹੀ ਮਨੁੱਖ ਨੇ ਟਿੰਡਾਂ ਵਾਲੇ ਖੂਹ, ਜਿਸ ਨੂੰ ਪਰਸ਼ੀਅਨ ਵੀਲ ਵੀ ਕਿਹਾ ਜਾਂਦਾ ਹੈ, ਦੀ ਖੋਜ ਕਰ ਲਈ, ਜਿਸ ਨਾਲ ਖੇਤੀਬਾੜੀ ਹੋਰ ਵਧੇਰੇ ਪ੍ਰਫੁੱਲਤ ਅਤੇ ਆਮਦਨ ਵਾਲੀ ਹੋ ਗਈ। ਇਸ ਯੁੱਗ ਵਿੱਚ ਮਨੁੱਖ ਨੇ ਮੈਡੀਕਲ ਦੇ ਖੇਤਰ ਵਿੱਚ ਹੋਰ ਵਧੇਰੇ ਤਰੱਕੀ ਕੀਤੀ ਅਤੇ ਕਈ ਦਵਾਈਆਂ ਦੀ ਇਜਾਦ ਕੀਤੀ। ਇਸ ਯੁੱਗ ਵਿੱਚ ਜ਼ਗੀਰਦਾਰੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਭਾਰੀ ਸੱਟ ਲਾਈ ਅਤੇ ਫਰਾਂਸ ਦੇ ਇਨਕਲਾਬ ਨੇ ਯੂਰਪ ਵਿੱਚ ਜ਼ਗੀਰਦਾਰੀ ਦਾ ਖਾਤਮਾ ਕਰ ਦਿੱਤਾ ਅਤੇ ਇੱਕ ਨਵਾਂ ਸਿਸਟਮ, ਸਰਮਾਏਦਾਰੀ ਸਿਸਟਮ ਸ਼ੁਰੂ ਹੋ ਗਿਆ। ਆਧੁਨਿਕ ਯੁੱਗ 1800 ਈਸਵੀ ਤੋਂ ਬਾਅਦ ਭਾਫ ਵਾਲੇ ਇੰਜਣ ਅਤੇ ਸੂਤ ਕੱਤਣ ਵਾਲੀਆਂ ਮਸ਼ੀਨਾਂ ਦੇ ਪ੍ਰਚਲਣ ਨਾਲ ਸ਼ੁਰੂ ਹੋਇਆ। ਭਾਵੇਂ ਕਿ ਇਹਨਾਂ ਮਸ਼ੀਨਾਂ ਦੀ ਇਜਾਦ ਪਿਛਲੇ 50 ਸਾਲਾਂ ਵਿੱਚ ਕਰ ਲਈ ਗਈ ਸੀ, ਪਰ ਇਹਨਾਂ ਦਾ ਪ੍ਰਚਲਨ 1800 ਈਸਵੀ ਤੋਂ ਬਾਅਦ ਹੋਣਾ ਸ਼ੁਰੂ ਹੋਇਆ। ਮਿੱਲਾਂ ਖੁੱਲ੍ਹਣ ਲੱਗੀਆਂ, ਜਿੱਥੇ ਬੱਚੇ, ਨੌਜਵਾਨ, ਮਰਦ ਔਰਤਾਂ ਕੰਮ ਕਰਨ ਲੱਗੇ। ਖੇਤੀਬਾੜੀ ਵਿੱਚ ਵੱਡੀਆਂ ਵੱਡੀਆਂ ਮਸ਼ੀਨਾਂ ਅਤੇ ਨਵੇਂ ਸੰਦ ਅਤੇ ਤਕਨੀਕ ਦੀ ਵਰਤੋਂ ਹੋਣ ਲੱਗੀ, ਜਿਸ ਨਾਲ ਖੇਤੀਬਾੜੀ ਵਿੱਚ ਵੀ ਕੰਮ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਗਿਆ ਅਤੇ ਮਸ਼ੀਨ ਦੇ ਆਉਣ ਨਾਲ, ਮਿੱਲਾਂ ਦੇ ਖੁੱਲ੍ਹਣ ਨਾਲ ਘਰੇਲੂ ਉਦਯੋਗ ਵੀ ਤਬਾਹ ਹੋ ਗਿਆ, ਕਿਉਂਕਿ ਮਸ਼ੀਨਾਂ 'ਤੇ ਬਣੀ ਹੋਈ ਚੀਜ਼ ਹੱਥੀਂ ਬਣੀ ਮਸ਼ੀਨ ਨਾਲੋਂ ਵਧੇਰੇ ਸਸਤੀ ਅਤੇ ਵਧੇਰੇ ਕਾਰਗਰ ਹੁੰਦੀ ਸੀ। ਇਸ ਯੁੱਗ ਵਿੱਚ ਹੀ ਟਰੈਕਟਰ ਦੀ ਖੋਜ ਹੋਈ, ਕੱਪੜਾ ਸਿਉਣ ਵਾਲੀ ਮਸ਼ੀਨ ਅਤੇ ਥਾਮਸ ਐਡੀਸਨ ਨੇ ਇਲੈਕਟ੍ਰਿਕ ਬਲਬ ਦੀ ਖੋਜ ਕਰ ਲਈ। ਇਸ ਤਰ੍ਹਾਂ ਸਮੇਂ ਦੇ ਨਾਲ ਨਾਲ ਨਵੀਆਂ ਕਾਢਾਂ, ਨਵੀਆਂ ਖੋਜਾਂ ਅਤੇ ਨਵੀਂ ਮਸ਼ੀਨਰੀ ਆਉਂਦੀ ਗਈ। ਹੁਣ ਆਪਾਂ ਗੱਲ ਕਰਾਂਗੇ ਕਿ ਇਸ ਟੈਕਨੋਲੋਜੀ, ਮਸ਼ੀਨਰੀ ਦਾ ਰੁਜ਼ਗਾਰ ਨਾਲ ਕੀ ਸੰਬੰਧ ਆ। ਪਿਛਲੇ ਲੱਖਾਂ ਸਾਲਾਂ 'ਚ ਆਪਾਂ ਦੇਖਦੇ ਹਾਂ ਕਿ ਜਿਹੜਾ ਔਜ਼ਾਰਾਂ ਨੇ, ਤਕਨੀਕ ਨੇ, ਮਸ਼ੀਨਰੀ ਨੇ ਵਿਕਾਸ ਕੀਤਾ, ਉਹਦੇ ਮੁਕਾਬਲੇ ਪਿਛਲੇ 100-200 ਸਾਲਾਂ 'ਚ ਜਿਹੜਾ ਮਸ਼ੀਨਰੀ ਨੇ ਵਿਕਾਸ ਕੀਤਾ ਉਹ ਕਈ ਗੁਣਾ ਜ਼ਿਆਦਾ ਸੀਗਾ। ਇਸ ਦੌਰ 'ਚ ਜਿਹੜੀ ਮਸ਼ੀਨ ਆ ਸਾਡੇ ਕੋਲ ਅੱਜ ਦੇ ਸਮੇਂ, ਜਿਹੜੀਆਂ ਮਸ਼ੀਨਾਂ ਨੇ ਉਹ ਪਹਿਲਾਂ ਦੇ ਮੁਕਾਬਲੇ ਲੱਖਾਂ ਬੰਦਿਆਂ ਦਾ ਕੰਮ ਕਰ ਰਹੀਆਂ ਨੇ। ਮਤਲਬ ਜਿੱਥੇ ਪਹਿਲਾਂ ਲੱਖਾਂ ਬੰਦੇ ਕੰਮ ਕਰਦੇ ਸੀਗੇ, ਉੱਥੇ ਅੱਜ ਇਕੱਲੀ ਮਸ਼ੀਨ ਕੰਮ ਕਰ ਰਹੀ ਆ। ਤਾਂ ਇਹਦੇ ਨਾਲ ਕੀ ਹੋਇਆ ਕਿ ਸਾਰਾ ਕੰਮ ਜਿਹੜਾ ਮਸ਼ੀਨਾਂ ਨੇ ਸਾਂਭ ਲਿਆ, ਰੋਬੋਟਾਂ ਨੇ ਸਾਂਭ ਲਿਆ। ਰੋਬੋਟਾਂ ਦੇ ਆਉਣ ਨਾਲ ਜਿਹੜੀ ਲੇਬਰ ਸੀਗੀ ਉਹ ਕੰਮ ਤੋਂ ਬਾਹਰ ਹੋ ਗਈ ਔਰ ਸਾਰਾ ਕੰਮ ਰੋਬੋਟਾਂ ਅਤੇ ਮਸ਼ੀਨਰੀ ਕੋਲ ਚਲਾ ਗਿਆ। ਪਰ ਆਪਾਂ ਫਿਰ ਕਹਿੰਦੇ ਹਾਂ ਕਿ ਆਪਾਂ ਮਸ਼ੀਨਰੀ ਜਾਂ ਰੋਬੋਟਾਂ ਦੇ ਆਪਾਂ ਖਿਲਾਫ ਨਹੀਂ ਹੈਗੇ। ਇਹਨਾਂ ਨੇ ਮਨੁੱਖ ਨੂੰ ਸੌਖਾ ਕਰਨਾ ਗਾ,
ਪਰ ਹੋਣਾ ਕੀ ਚਾਹੀਦਾ ਸੀਗਾ ਕਿ ਜਦੋਂ ਮਸ਼ੀਨਰੀ ਆ ਗਈ, ਇਹਦੇ ਨਾਲ ਪਹਿਲਾਂ ਦੇ ਮੁਕਾਬਲੇ ਕੰਮ ਘਟ ਗਿਆ, ਸਿੰਪਲ ਜੀ ਗੱਲ ਆ। ਤਾਂ ਹੋਣਾ ਇਹ ਚਾਹੀਦਾ ਸੀਗਾ ਕਿ ਕੰਮ ਦਿਹਾੜੀ ਦਾ ਸਮਾਂ ਘੱਟ ਹੁੰਦਾ। ਮੰਨ ਲਓ ਅੱਜ ਸਾਨੂੰ 8 ਘੰਟੇ ਕੰਮ ਕਰਨ ਦੀ ਕੋਈ ਲੋੜ ਨਹੀਂ। ਅਸੀਂ 1890 'ਚ ਹੀ ਜਿਹੜਾ ਦੁਨੀਆ 'ਚ 8 ਘੰਟੇ ਦੀ ਕੰਮ ਦਿਹਾੜੀ ਸ਼ੁਰੂ ਹੋ ਗਈ ਸੀ, ਇੰਡੀਆ 'ਚ 1947 ਤੋਂ ਬਾਅਦ ਸ਼ੁਰੂ ਹੋ ਗਈ ਸੀ। ਅੱਜ ਜੇ ਸਾਡੇ ਕੋਲ ਟੈਕਨੋਲੋਜੀ ਆ, ਸਾਡੇ ਕੋਲ ਨਵੀਂ ਤਕਨੀਕ ਆ, ਤਾਂ ਕੰਮ ਦਿਹਾੜੀ ਦਾ ਸਮਾਂ 8 ਤੋਂ 6 ਘੰਟੇ ਹੋਵੇ, 5 ਘੰਟੇ ਹੋਵੇ, 4 ਘੰਟੇ ਹੋਵੇ, ਤਾਂ ਕਿ ਜਿਹੜਾ ਸਾਡੇ ਕੋਲ ਆਪਦੀ ਜ਼ਿੰਦਗੀ ਜਿਉਣ ਲਈ ਵਾਧੂ ਸਮਾਂ ਹੋਵੇ, ਆਪਦੇ ਸ਼ੌਂਕ ਪੂਰੇ ਕਰਨ ਲਈ, ਆਪਦੀ ਫੈਮਿਲੀ ਲਈ ਸਾਡੇ ਕੋਲ ਵਾਧੂ ਸਮਾਂ ਹੋਵੇ। ਹੁਣ ਹਾਲਾਤ ਇਹ ਆ ਕਿ ਕੁਛ ਬੰਦੇ ਜਿਹੜੇ ਆ ਕਿ ਥੋੜ੍ਹੇ ਜਿਹੇ ਬੰਦੇ 10-10 ਘੰਟੇ, 12-12 ਘੰਟੇ, 14-14 ਘੰਟੇ ਕੰਮ ਕਰੀ ਜਾਂਦੇ ਆ, 8 ਘੰਟੇ ਕੰਮ ਕਰੀ ਜਾਂਦੇ ਆ। ਤਾਂ ਦੂਜੇ ਪਾਸੇ ਇੰਨੀ ਆਬਾਦੀ ਹੈ ਜਿਹੜੀ ਕੰਮ ਤੋਂ ਬਾਹਰ ਬੈਠੀ ਹੋਈ ਆ, ਵਿਹਲੀ ਬੈਠੀ ਹੋਈ ਆ। ਤਾਂ ਇਹ ਕੰਮ ਜਿਹੜਾ ਬਰਾਬਰ ਵੰਡਿਆ ਜਾਣਾ ਚਾਹੀਦਾ ਸਾਰਿਆਂ 'ਚ, ਤਾਂ ਕਿ ਜਿਹੜਾ ਹਰ ਇੱਕ ਨੂੰ ਕੰਮ ਮਿਲ ਸਕੇ, ਹਰ ਇੱਕ ਨੂੰ ਰੁਜ਼ਗਾਰ ਮਿਲ ਸਕੇ। ਹੁਣ ਕੀ ਆ, ਜਿਹੜੇ ਅਰਬਪਤੀ ਨੇ ਥੋੜ੍ਹੇ ਬੰਦਿਆਂ ਨਾਲ ਕੰਮ ਲਈ ਜਾਂਦੇ ਆ ਮਸ਼ੀਨਾਂ ਦੇ ਉੱਤੇ, ਅਤੇ ਸਾਰੀ ਕਮਾਈ ਜਿਹੜੀ ਆ ਉਹਨਾਂ ਕੋਲ ਜਾਂਦੀ ਆ, ਸਾਰਾ ਮੁਨਾਫਾ ਉਹਨਾਂ ਕੋਲ ਜਾਈ ਜਾਂਦਾ, ਤਾਂ ਹੀ ਉਹ ਜਿਹੜਾ ਅਮੀਰ ਹੋਈ ਜਾਂਦੇ ਆ। ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਆ, ਜਾਗਰੂਕ ਹੋਣ ਦੀ ਲੋੜ ਆ, ਅਵੇਅਰ ਹੋਣ ਦੀ ਲੋੜ ਆ, ਤਾਂ ਹੀ ਜਿਹੜਾ ਅਸੀਂ ਬੇਰੁਜ਼ਗਾਰੀ ਨੂੰ ਖਤਮ ਕਰ ਸਕਦੇ ਹਾਂ। ਕੋਈ ਵੱਡਾ ਮਸਲਾ ਨਹੀਂ ਰੁਜ਼ਗਾਰ ਦੇਣਾ, ਬਸ ਸਾਨੂੰ ਅਵੇਅਰ ਹੋਣ ਦੀ ਲੋੜ ਆ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਇਸ ਮਸਲੇ ਨੂੰ ਆਪਾਂ ਵੱਧ ਤੋਂ ਵੱਧ ਡਿਸਕਸ ਕਰਾਂਗੇ। ਅਗਲੀਆਂ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਕੰਮ ਦਿਹਾੜੀ ਦੇ ਇਤਿਹਾਸ ਬਾਰੇ। ਇਸ ਵੀਡੀਓ 'ਚ ਆਪਾਂ ਮੋਟੀ ਜੀ ਗੱਲਬਾਤ ਕੀਤੀ ਸੀ ਪਿਛਲੇ ਇਤਿਹਾਸ ਬਾਰੇ। ਅਗਲੀ ਵੀਡੀਓ 'ਚ ਮਿਲਦੇ ਹਾਂ। ਧੰਨਵਾਦ।